वाहिगुरू जी का खालसा वाहिगुरू जी की फतेह। दो चार गल्लां करनियां सी। मेरे खिलाफ बड़ा प्रचार हो रहा, मेरे खिलाफ सारी साडा जिहड़ा संघर्षी लोग भी आ ते साडा आवाम आ ਉਹ ਇਹ प्रचार कर रहा भी देखो दीप ने ਇਹ अंदोलन खराब करता, दीप ने लोगों ਨੂੰ ਭੜਕਾਇਆ। ਪਹਿਲੀ ਗੱਲ ਤਾਂ ਆਪਾਂ ਕੱਲ ਰਾਤ ਤੋਂ ਜਿਹੜੀਆਂ ਘਟਨਾਵਾਂ ਵਾਪਰ ਰਹੀਆਂ ਸੀ, ਕੱਲ ਰਾਤ ਤੋਂ ਸੀਕੁਐਂਸ ਆਫ ਇਵੈਂਟ ਜੋ ਹੋ ਰਹੇ ਸੀ ਮੋਰਚੇ 'ਚ, ਉਹਨੂੰ ਸਮਝਦੇ ਆ। ਪਹਿਲਾਂ ਸਾਡੇ ਪੰਧੇਰ ਸਾਹਿਬ ਤੇ ਪੰਨੂ ਸਾਹਿਬ ਨੇ ਇਹ ਗੱਲ ਮੋਰਚੇ ਦੀ ਸਟੇਜ ਤੋਂ ਆਖੀ ਵੀ ਅਸੀਂ ਪੁਲਿਸ ਵਾਲੇ ਦਿੱਤੇ ਹੋਏ ਰੂਟ ਤੋਂ ਆਪਦਾ ਮਾਰਚ ਨਹੀਂ ਕੱਢਾਂਗੇ, ਰੋਸ ਮਾਰਚ ਨਹੀਂ ਕੱਢਾਂਗੇ, ਅਸੀਂ ਦਿੱਲੀ ਦੇ ਅੰਦਰ ਜਾਵਾਂਗੇ। ਹੁਣ ਉਸ ਤੋਂ ਬਾਅਦ ਸੰਯੁਕਤ ਕਿਸਾਨ ਮੋਰਚੇ 'ਚ ਇੱਕ ਆਮ ਸਹਿਮਤੀ ਹੋਈ, ਆਗੂਆਂ 'ਚ ਆਪਸੀ ਸਹਿਮਤੀ ਇਹ ਹੋਈ ਵੀ ਉਹਨਾਂ ਨੇ ਆਪਦਾ ਜੋ ਰੂਟ ਪਹਿਲਾਂ ਤੈਅ ਕੀਤਾ ਸੀ ਵੀ ਰਿੰਗ ਰੋਡ ਤੇ ਜਾਣਾ, ਉਹਨੂੰ ਚੇਂਜ ਕਰਕੇ ਪੁਲਿਸ ਵੱਲੋਂ ਦਿੱਤੇ ਹੋਏ ਰੂਟ ਤੇ ਸਹਿਮਤੀ ਜਤਾਈ। ਉਸ ਵੇਲੇ ਵੀ ਤੁਸੀਂ ਮੇਰੇ ਸਾਰੇ ਵੀਡੀਓ ਦੇਖ ਲਓ, ਉਹਦੇ 'ਚ ਇਹ ਗੱਲ ਕਹੀ ਗਈ ਆ ਵੀ ਇੱਕ ਸਾਂਝਾ ਫੈਸਲਾ ਲੈ ਲਓ, ਕਿਉਂਕਿ ਸੰਗਤ ਦਾ ਜਿਹੜਾ ਰੌਂ ਆ, ਸੰਗਤ 'ਚ ਜਿਹੜਾ ਇਸ ਟਾਈਮ ਸੰਗਤ ਦਾ ਫੈਸਲਾ ਉਹ ਕੁਛ ਹੋਰ ਆ, ਸੰਗਤ ਦੇ ਜਜ਼ਬਾਤ ਆ ਜਿਹੜੇ ਕੁਛ ਹੋਰ ਆ, ਪਰ ਜੋ ਸਾਡੇ ਆਗੂ ਸਾਹਿਬਾਨ ਤੈਅ ਕਰੀ ਪਏ ਆ ਉਹ ਕੁਛ ਹੋਰ ਆ। ਸੋ ਇਸ ਕਰਕੇ ਕੱਲ ਰਾਤ ਨੂੰ ਸੰਯੁਕਤ ਕਿਸਾਨ ਮੋਰਚੇ ਦੀ ਸਟੇਜ ਤੋਂ ਉੱਥੇ ਨੌਜਵਾਨਾਂ ਨੇ ਬਹੁਤ ਜ਼ਿਆਦਾ ਆਪਦੇ ਜੋਸ਼ ਨਾਲ ਤੇ ਇਹ ਕਹਿ ਲਓ ਨਾਲ ਹੋਸ਼ ਨਾਲ ਵੀ ਆਪਦਾ ਰੋਸ ਪ੍ਰਗਟ ਕੀਤਾ ਵੀ ਅਸੀਂ ਦਿੱਲੀ ਦੇ ਅੰਦਰ ਜਾਣਾ ਤੇ ਅਸੀਂ ਜੋ ਪ੍ਰੋਗਰਾਮ ਤੁਸੀਂ ਜਿਹੜੇ ਰੂਟ ਦਾ ਦੇ ਰਹੇ ਹੋ, ਜੋ ਸਰਕਾਰ ਨੇ ਦਿੱਤਾ ਜਾਂ ਪੁਲਿਸ ਨੇ ਦਿੱਤਾ, ਉੱਥੇ ਰੋਸ ਮਾਰਚ ਨਹੀਂ ਕਰਨਾ। ਇਹ ਗੱਲ ਜਦੋਂ ਅਸੀਂ ਸਟੇਜ ਤੋਂ ਉਹ ਮੌਕਾ ਵੀ ਸੰਭਾਲਿਆ ਤੇ ਕਿਸਾਨ ਆਗੂਆਂ ਨਾਲ ਸ਼ੇਅਰ ਕੀਤੀ ਵੀ ਆਪਾਂ ਬੈਠ ਕੇ ਇੱਕ ਸਾਂਝਾ ਫੈਸਲਾ ਲਈਏ, ਤੇ ਇਸ ਗੱਲ ਨੂੰ ਇਗਨੋਰ ਕੀਤਾ ਗਿਆ। ਪਬਲਿਕ ਸੈਂਟੀਮੈਂਟ ਨੂੰ ਜਾਂ ਲੋਕਾਂ ਦੇ ਜੈਨੂਇਨ ਸੈਂਟੀਮੈਂਟ ਨੂੰ ਇਗਨੋਰ ਕੀਤਾ ਗਿਆ ਤੇ ਇਹ ਗੱਲ ਕਹੀ ਗਈ ਜੋ ਅਸੀਂ ਕਵਾਂਗੇ ਅਸੀਂ ਉਹੀ ਕਰਾਂਗੇ ਹੁਣ। ਸੋ ਔਰ ਸੰਗਤ ਨੂੰ ਵੀ ਉਹੀ ਕਰਨਾ ਪਊਗਾ। ਇਦੋਂ ਬਾਅਦ ਅਗਲੀ ਗੱਲ ਜਦੋਂ ਇਹ ਹੋਈ ਵੀ ਸਵੇਰੇ ਪੰਧੇਰ ਸਾਹਿਬ ਤੇ ਪੰਨੂ ਸਾਹਿਬ ਅੱਗੇ ਲੱਗੇ, ਉਹਨਾਂ ਦੇ ਟਰੈਕਟਰ ਤੇ ਉਹਨਾਂ ਦੀ ਜਥੇਬੰਦੀ ਅੱਗੇ ਸੀ, ਤੇ ਫਿਰ ਸੰਗਤ ਨੇ ਆਪ ਮੁਹਾਰੇ। ਹੁਣ ਦੀਪ ਸਿੱਧੂ ਕਹਿੰਦੇ ਲੋਕਾਂ ਨੂੰ ਭੜਕਾ ਗਿਆ। ਤੁਸੀਂ ਇੱਕ ਗੱਲ ਸੋਚੋ ਵੀ ਲੱਖਾਂ ਲੋਕ, ਕੱਲਾ ਦੀਪ ਸਿੱਧੂ ਭੜਕਾ ਗਿਆ। ਦੀਪ ਸਿੱਧੂ ਉਸ ਵਹਿਣ 'ਚ ਜਿਹੜਾ ਆਪ ਮੁਹਾਰੇ ਸੰਗਤ ਚਾਰੇ ਪਾਸਿਓਂ ਲਾਲ ਕਿਲੇ ਵੱਲ ਨੂੰ ਸਿੱਧੀ ਹੋ ਗਈ, ਤਾਂ ਦੀਪ ਸਿੱਧੂ ਵੀ ਉਹਨਾਂ 'ਚ ਇੱਕ ਸੀ। ਹੁਣ ਲੱਖਾਂ ਲੋਕ, ਤੁਸੀਂ ਇਹ ਵੀ ਦੇਖ ਲਓ ਵੀ ਜਿਹੜਾ ਜਥੇਬੰਦੀਆਂ ਨੇ ਰੂਟ ਦਿੱਤਾ ਸੀ ਉਸ ਰੂਟ ਤੇ ਕਿੰਨੇ ਕੁ ਸਾਡੀ ਸੰਗਤ ਗਈ, ਤੇ ਜਿਹੜਾ ਰੂਟ ਆਪ ਮੁਹਾਰੇ ਹੋ ਕੇ ਸੰਗਤ ਨੇ ਬਣਾ ਲਿਆ ਉਸ ਰੂਟ ਤੇ ਕਿੰਨੀ ਕੁ ਸੰਗਤ ਗਈ, ਇਹਨੂੰ ਮਾੜਾ ਜਿਹਾ ਦੇਖ ਲਓ। ਤੇ 4 ਮੋਰਚੇ ਤੋੜ ਕੇ, 4 ਥਾਵਾਂ ਤੋਂ ਬੈਰੀਕੇਟਿੰਗ ਤੋੜ ਕੇ ਸੰਗਤ ਲਾਲ ਕਿਲੇ 'ਚ ਦਾਖਲ ਹੋਈ, ਲਾਲ ਕਿਲੇ 'ਚ ਪਹੁੰਚੀ। ਉੱਥੇ ਮੈਂ ਤਾਂ ਕੀ, ਉੱਥੇ ਜੋ ਸਾਡੀਆਂ ਰੂਹਾਂ ਸੀਗੀਆਂ ਉਹਨਾਂ 'ਚ ਜੋ ਇੱਕ ਵਹਿਣ ਸੀ, ਉਹ ਸਾਰੇ ਉਸ ਵਹਿਣ 'ਚ ਬਹਿ ਗਏ। ਤੇ ਅਸੀਂ ਕੋਈ ਵੀ ਪੋਸਟ ਤੋਂ ਝੰਡਾ ਨਹੀਂ ਲਾਹਿਆ, ਆਪਦਾ ਝੰਡਾ ਜਾ ਕੇ ਨਿਸ਼ਾਨ ਸਾਹਿਬ ਤੇ ਕਿਸਾਨ ਮਜ਼ਦੂਰ ਏਕਤਾ ਦਾ ਜਿਹੜਾ ਝੰਡਾ ਉੱਥੇ ਜਾ ਕੇ ਚੜਾਇਆ। ਸੋ ਅਸੀਂ ਹਮੇਸ਼ਾ ਹੀ ਜਿਹੜੇ ਐਡੇ ਵੱਡੇ ਸੰਘਰਸ਼ਾਂ ਦੇ ਵਹਿਣ ਹੁੰਦੇ ਆ ਨਾ, ਉਹਨੂੰ ਅਸੀਂ ਕਿਸੇ ਪਾਰਟਿਕੂਲਰ ਜਾਂ ਕਿਸੇ ਖਾਸ ਵਿਅਕਤੀਆਂ ਨਾਲ ਜੋੜ ਕੇ ਦੇਖਣ ਲੱਗ ਜਾਂਦੇ ਆ, ਇੱਥੇ ਹੀ ਗਲਤੀ ਕਰ ਜਾਂਦੇ ਆ। ਇਹ ਫਿਰ ਸਾਰੇ 5-10 ਲੱਖ ਲੋਕ 5 ਤੋਂ 10 ਲੱਖ ਲੋਕ, ਹੋ ਸਕਦਾ ਗਿਣਤੀ ਇਦੋਂ ਵੀ ਵੱਡੀ ਹੋਵੇ, ਉਹ ਸਾਰੇ ਹੀ ਕਲਪਰੇਟ ਹੋ ਗਏ, ਉਹ ਸਾਰੇ ਹੀ ਵਿਲਨ ਹੋ ਗਏ ਕਿ ਇਕੱਲਾ ਦੀਪ ਸਿੱਧੂ ਵਿਲਨ ਹੋ ਗਿਆ। ਤੁਸੀਂ ਇਹੀ ਪਹਿਲਾਂ ਇਤਿਹਾਸ 'ਚ ਅਸੀਂ ਗਲਤੀਆਂ ਕੀਤੀਆਂ, ਅਸੀਂ ਸੰਘਰਸ਼ਾਂ ਦੇ ਵਹਿਣ ਨੂੰ ਕਿਸੇ ਖਾਸ ਸ਼ਖਸੀਅਤ ਦੇ ਨਾਲ ਜੋੜ ਕੇ ਦੇਖਣ ਲੱਗ ਜਾਂਦੇ ਆ ਤੇ ਇੱਕ ਬੰਦੇ ਨੂੰ ਵਿਲਨ ਬਣਾ ਦਿੰਦੇ ਆ। ਨਹੀਂ, ਉੱਥੇ ਸਾਰੀ ਸੰਗਤ ਦਾ ਜਿਹੜਾ ਰੌਂ ਸੀ, ਸੰਗਤ ਦਾ ਫੈਸਲਾ ਸੀ, ਉਹ ਦਿੱਲੀ ਜਾਣ ਦਾ ਸੀ, ਦਿੱਲੀ ਐਂਟਰ ਹੋਣ ਦਾ ਸੀ। ਜਦੋਂ ਅਸੀਂ ਦਿੱਲੀ ਐਂਟਰ ਹੋਏ ਉਦੋਂ ਬਾਅਦ ਫਿਰ ਜਿਉਂ-ਜਿਉਂ ਰਸਤਾ ਬਣਦਾ ਗਿਆ ਤਿਉਂ-ਤਿਉਂ ਉਧਰ ਨੂੰ ਵਧਦੇ ਗਏ। ਜਦੋਂ ਮੈਂ ਲਾਲ ਕਿਲੇ ਪਹੁੰਚਿਆ, ਮੇਰੇ ਖਿਆਲ 'ਚ ਉੱਥੇ ਘੱਟੋ ਘੱਟ ਲੱਖ ਬੰਦੇ ਤੋਂ ਵੱਧ ਇਕੱਠ ਆਲਰੇਡੀ ਸੀਗਾ। ਸੋ ਮੇਰੇ ਕਿਸੇ ਵੀਡੀਓ 'ਚ ਜਾਂ ਕਿਸੇ ਹੋਰ ਵੀਡੀਓ 'ਚ ਵੀ ਇਹ ਦਿਖਾ ਦਿਓ ਵੀ ਦੀਪ ਸਿੱਧੂ ਸਾਰਿਆਂ ਨੂੰ ਅੱਗੇ ਲੱਗ ਕੇ ਲਾਲ ਕਿਲਾ ਲੈ ਗਿਆ ਹੋਵੇ। ਮੈਂ
चलो साडे लोग तां भोले आ, उन्हां नूं जो तुसीं गल कहोगे कई वारी मन लैंदे आ, पर जिहड़े साडे इंटलैक्चुअल्स भी आ, जिहड़े गल्लां नूं समझदे आ, ਉਹ ਵੀ ਇਹ ਗੱਲਾਂ ਕਰੀ ਜਾਂਦੇ ਆ। ਤਾਂ ਇਸ ਗੱਲ ਦਾ ਤਾਂ ਅਫਸੋਸ ਹੀ ਕੀਤਾ ਜਾ ਸਕਦਾ। ਮੈਂ ਮੋਰਚੇ ਤੋਂ ਜਾਂ ਸਾਡੇ ਕਿਸਾਨਾਂ ਦੇ ਜਿਹੜੇ ਸਾਡੇ ਹਿੱਤ ਆ ਉਹ ਤੋਂ ਵੱਡਾ ਨਹੀਂ ਆ। ਆਪਾਂ ਇੱਥੇ ਭੜਕਾਉਣ ਨਹੀਂ ਆਏ। ਹਮੇਸ਼ਾ ਜਦੋਂ ਜਦੋਂ ਇਤਿਹਾਸ 'ਚ ਕੋਈ ਇਹੋ ਜਿਹੀਆਂ ਘਟਨਾਵਾਂ ਵਾਪਰਦੀਆਂ ਉਸ ਵੇਲੇ ਇੱਕੋ ਹੀ ਗੱਲ ਕਹੀ ਜਾਂਦੀ ਆ, ਫਲਾਣੇ ਬੰਦੇ ਨੇ ਭੜਕਾਤਾ। ਨਹੀਂ, ਉਹ ਇੱਕ ਵਹਿਣ ਹੁੰਦਾ। ਉਸ ਵਹਿਣ 'ਚ ਹਰ ਕੋਈ ਵਹਿ ਜਾਂਦਾ, ਜਿਵੇਂ ਮੈਂ ਵਹਿ ਗਿਆ, ਜਿਵੇਂ ਬਾਕੀ ਸਾਡੇ 5 ਲੱਖ 10 ਲੱਖ ਲੋਕ ਵਹਿ ਗਏ। ਇੱਕ ਵਹਿਣ ਸੀ ਉਹ। ਸੋ ਉੱਥੇ ਕੋਈ ਵੀ ਹੁੰਦਾ ਉਹੀ ਕਰਦਾ ਜੋ ਅਸੀਂ ਕਰਨ ਗਏ ਸੀ। ਤੇ ਅਸੀਂ ਕਿਸੇ ਜਗ੍ਹਾ ਜਾ ਕੇ ਆਪਦੀ ਆਵਾਜ਼ ਬੁਲੰਦ ਕਰਾਂਗੇ, ਸਿੰਬੋਲਿਕਲੀ ਨਿਸ਼ਾਨ ਸਾਹਿਬ ਤੇ ਕਿਸਾਨੀ ਦਾ ਝੰਡਾ ਲਾਵਾਂਗੇ। ਔਰ ਤਿਰੰਗਾ ਦਾ ਪਿੱਛੇ ਝੂਲ ਰਿਹਾ, ਇੱਥੇ ਸਾਡੇ ਪੰਥ ਮਹਾਰਾਜ ਦੇ ਨਿਸ਼ਾਨ ਝੂਲ ਰਹੇ ਆ, ਕਿਉਂਕਿ ਸਾਡੇ ਮੋਰਚੇ 'ਚ ਦੇਖ ਲਓ ਤੁਸੀਂ, ਨਿਸ਼ਾਨ ਸਾਹਿਬ ਤੇ ਕਿਸਾਨੀ ਦੇ ਝੰਡੇ ਹੀ ਆ ਨਾ, ਹੋਰ ਤਾਂ ਸਾਡੇ ਕੋਲੇ ਕੁਛ ਨਹੀਂ ਆ। ਸੋ ਆਪਾਂ ਕੋਈ ਹਿੰਸਾ ਨਹੀਂ ਕੀਤੀ, ਕਿਸੇ ਨੂੰ ਨਹੀਂ ਭੜਕਾਇਆ। ਅਸੀਂ ਕਿਹੜਾ ਕਿਸੇ ਨੂੰ ਮਾਰਨ ਗਏ ਸੀ? ਸਾਡੇ ਖਾਲੀ ਹੱਥ ਸੀ, ਹੱਥਾਂ 'ਚ ਝੰਡੇ ਸੀ ਤੇ ਟਰੈਕਟਰਾਂ ਤੇ ਕਾਰਾਂ ਤੇ ਅਸੀਂ ਗਏ ਆ। ਹੁਣ ਤੁਸੀਂ ਦੇਖੋ, ਇਹਨੂੰ ਹਿੰਸਕ ਕਹੋਗੇ। ਮੈਂ ਕਿੱਦੇ ਦਾ ਇੱਕ ਗੱਲ ਕਹੀ ਜਾਣਾ। ਹਾਂਜੀ, ਬਾਕੀ ਅਸੀਂ ਜਾਬਤੇ 'ਚ ਰਹੇ ਆ, ਕਿਸੇ ਨੂੰ ਕਿਸੇ ਪਬਲਿਕ ਪ੍ਰਾਪਰਟੀ ਨੂੰ ਨੁਕਸਾਨ ਨਹੀਂ ਪਹੁੰਚਾਇਆ। ਜੇ ਸਾਡੇ ਤੇ ਅੱਗੋਂ ਉਹਨਾਂ ਨੇ ਕੋਈ ਲਾਠੀ ਚਾਰਜ ਕੀਤਾ ਜਾਂ ਹਮਲਾ ਕੀਤਾ, ਉਹਦਾ ਮਾੜਾ ਮੋਟਾ ਕਿਸੇ ਨੇ ਜਵਾਬ ਦਿੱਤਾ, ਪਰ ਕੋਈ ਪਬਲਿਕ ਪ੍ਰਾਪਰਟੀ ਨੂੰ, ਕਿਸੇ ਪੁਲਿਸ ਫੋਰਸ ਨੂੰ ਅਸੀਂ ਨੁਕਸਾਨ ਨਹੀਂ ਪਹੁੰਚਾਇਆ। ਕਿਤੇ ਹੋਰ ਛੋਟੀ ਮੋਟੀ ਘਟਨਾ ਕੋਈ ਹੋ ਗਈ ਹੋਵੇ, ਆਪਸੀ ਬਹਿਸਬਾਜ਼ੀ ਹੋ ਗਈ ਹੋਵੇ, ਉਹਦੇ ਲਈ ਵੀ ਅਸੀਂ ਇਹ ਕਹਿੰਦੇ ਆ ਵੀ ਐਡੇ ਵੱਡੇ ਅੰਦੋਲਨ 'ਚ ਕਈ ਵਾਰੀ ਆਪਸੀ ਇਹ ਗੱਲ ਵਾਪਰ ਜਾਂਦੀ ਆ। ਪਰ ਓਵਰਆਲ ਤੁਸੀਂ ਦੇਖ ਲਓ, ਕੋਈ ਕਿਸੇ ਲੁੱਟ ਖਸੁੱਟ 'ਚ ਨਹੀਂ ਪਏ, ਕਿਸੇ ਪ੍ਰਾਪਰਟੀ ਨੂੰ, ਕਿਸੇ ਵਿਅਕਤੀ ਨੂੰ ਨੁਕਸਾਨ ਨਹੀਂ ਪਹੁੰਚਾਇਆ। ਉੱਥੇ ਜਾ ਕੇ ਅਸੀਂ ਸਿੰਬੋਲਿਕਲੀ ਸਿੰਬੋਲਿਕਲੀ ਆਪਦਾ ਰੋਸ ਦਰਜ ਕੀਤਾ। ਇੰਨੀ ਕੁ ਗੱਲ ਸੀ। ਇੱਥੇ ਕੋਈ ਭੜਕਾ ਕੇ ਨਹੀਂ ਲੈ ਕੇ ਗਿਆ। ਕੱਲਾ ਦੀਪ ਸਿੱਧੂ ਨਹੀਂ ਸੀ, ਉੱਥੇ ਲੱਖਾਂ ਲੋਕ ਸੀ। ਤੁਸੀਂ ਜੇ ਸੰਘਰਸ਼ਾਂ ਨੂੰ ਇੰਨੀ ਤੰਗ ਨਜ਼ਰੀ ਨਾਲ ਦੇਖਣ ਲੱਗ ਜਾਓਗੇ ਵੀ ਦੀਪ ਸਿੱਧੂ ਭੜਕਾ ਕੇ ਲੈ ਗਿਆ, ਤਾਂ ਮੈਨੂੰ ਲੱਗਦਾ ਫਿਰ ਇਹ ਸਾਡੇ ਲਈ ਕੋਈ ਬਾਹਲੀ ਵਧੀਆ ਗੱਲ ਨਹੀਂ ਆ। ਫਿਰ ਤਾਂ ਇਤਿਹਾਸ ਤੋਂ ਅਸੀਂ ਕੁਝ ਵੀ ਨਹੀਂ ਸਿੱਖਿਆ, ਅੱਜ ਤੱਕ ਇਤਿਹਾਸ ਤੋਂ ਕੁਝ ਵੀ ਨਹੀਂ ਸਿੱਖਿਆ। ਸੋ ਮੈਂ ਬੇਨਤੀ ਕਰਦਾ ਸਾਡੇ ਜਿਹੜੇ ਸਾਰੇ ਸੰਘਰਸ਼ੀ ਬੰਦੇ ਆ ਤੇ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੂੰ, ਹੁਣ ਖਾਸ ਕਰਕੇ, ਵੀ ਤੁਸੀਂ ਬੜਾ ਕੁਝ ਮੇਰੇ ਖਿਲਾਫ ਬੋਲ ਰਹੇ ਹੋ, ਤੁਸੀਂ ਬੜਾ ਕੁਝ ਇਹ ਪ੍ਰਚਾਰ ਕਰ ਰਹੇ ਹੋ ਵੀ ਦੀਪ ਸਿੱਧੂ ਗਦਾਰ ਆ, ਦੀਪ ਸਿੱਧੂ ਬੀਜੇਪੀ ਦਾ ਬੰਦਾ, ਦੀਪ ਸਿੱਧੂ RSS ਦਾ ਬੰਦਾ। ਇੱਕ ਗੱਲ ਸੋਚੋ, ਤੁਸੀਂ ਸੰਗਤ ਦੇ ਜਿਹੜੇ ਸੈਂਟੀਮੈਂਟਸ ਹੀ ਨਹੀਂ ਅੱਜ ਤੱਕ ਸਮਝੇ, ਤੇ ਤੁਸੀਂ ਵੀ ਉਹੀ ਗੱਲ ਕਰ ਰਹੇ ਹੋ ਜੋ ਸਰਕਾਰ ਗੱਲ ਕਰਦੀ ਆ ਵੀ ਇਹ ਸ਼ਰਾਰਤੀ ਅਨਸਰ ਆ, ਇਹਨਾਂ ਲੋਕਾਂ ਨੂੰ ਸ਼ਰਾਰਤੀ ਅਨਸਰ ਕਹਿ ਦੇਣਾ, ਇਹਨਾਂ ਨੂੰ ਅੱਤਵਾਦੀ ਕਹਿ ਦੇਣਾ। ਇੱਥੇ ਸਾਰੇ ਕਿਸਾਨ ਆ, ਸਾਰੇ ਆਪਦੇ ਇੱਕ ਜਾਬਤੇ 'ਚ ਰਹਿ ਕੇ ਪੀਸਫੁਲ ਰੋਸ ਜਤਾਉਣ ਗਏ ਸੀ। ਕੋਈ ਸ਼ਰਾਰਤੀ ਅਨਸਰ ਨਹੀਂ ਆ। ਇੱਕ ਬਹਾਓ ਹੁੰਦਾ ਅੰਦੋਲਨ ਦਾ, ਉਸ ਬਹਾਓ 'ਚ ਜਾ ਕੇ ਸੰਗਤ ਨੇ ਆਪ ਮੁਹਾਰੇ ਜੋ ਕੀਤਾ ਉਹ ਕੀਤਾ, ਕਿਉਂਕਿ ਸਾਡੀ ਲੀਡਰਸ਼ਿਪ ਜਿਵੇਂ ਸਰਕਾਰ ਨਹੀਂ ਸਮਝਦੀ, ਉਵੇਂ ਸਾਡੀ ਲੀਡਰਸ਼ਿਪ ਵੀ ਜਿਹੜੇ ਜੈਨੂਇਨ ਸੈਂਟੀਮੈਂਟਸ ਆ ਸੰਗਤ ਦੇ, ਉਹਨੂੰ ਨਹੀਂ ਸਮਝਦੀ। ਜੇ ਸਮਝਦੀ ਹੁੰਦੀ ਤਾਂ ਕੱਲ ਰਾਤ ਨੂੰ ਸਾਰਿਆਂ ਨਾਲ ਬੈਠ ਕੇ ਮੀਟਿੰਗ ਕਰਕੇ ਇੱਕ ਸਾਂਝਾ ਫੈਸਲਾ ਲਿਆ ਜਾਂਦਾ। ਮੇਰੀਆਂ ਕੱਲ ਤੱਕ ਦੀਆਂ ਪੋਸਟਾਂ ਦੇਖ ਲਓ, ਤੇ ਮੈਂ ਹੁਣ ਵੀ ਕਹਿ ਰਿਹਾ ਵੀ ਅਸੀਂ ਏਕੇ 'ਚ ਰਹੀਏ। ਅਸੀਂ ਅੰਦੋਲਨ ਨੂੰ ਬਰਬਾਦ, ਜਾਂ ਇਹਨੂੰ ਕਹਿ ਲਓ ਵੀ ਅਸੀਂ ਇਹਨੂੰ ਕਿਸੇ ਢੰਗ ਨਾਲ ਖਰਾਬ ਨਾ ਕਰ ਲਈਏ, ਇੱਕ ਦੂਜੇ ਤੇ ਦੂਸ਼ਣਬਾਜ਼ੀ ਨਾ ਲਾਓ। ਅਸੀਂ ਏਕੇ 'ਚ ਰਹੀਏ, ਜਾਬਤੇ 'ਚ ਰਹੀਏ। ਕੋਈ ਨਹੀਂ, ਜੋ ਹੁਣ ਮੇਰੇ ਨਾਲ ਹੋਊ ਅਕਾਲ ਪੁਰਖ ਵਾਹਿਗੁਰੂ ਉਹ ਆਪੇ ਭਲੀ ਕਰੂਗਾ, ਮੈਂ ਨਜਿੱਠੂਗਾ। ਸੋ ਬਾਕੀ ਤੁਸੀਂ ਸਾਰੇ ਚੜ੍ਹਦੀ ਕਲਾ 'ਚ ਰਹੋ, ਏਕੇ 'ਚ ਰਹੋ, ਉਸ ਅਕਾਲ ਪੁਰਖ ਵਾਹਿਗੁਰੂ ਤੇ ਭਰੋਸਾ ਰੱਖੋ। ਜੋ ਉਹਨੇ ਕੀਤਾ ਠੀਕ ਕੀਤਾ, ਜੋ ਕਰੂਗਾ ਠੀਕ ਹੀ ਕਰੂਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।